ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਿੱਖ ਨੌਜਵਾਨ ਦਾ ਕੈਨੇਡਾ ਵਿੱਚ ਕਤਲ, ਗੋਲੀ ਲੱਗਣ ਕਾਰਨ ਗਈ ਜਾਨ। ਪ੍ਰਵਾਸੀ ਬਣਨਗੇ ਕੈਨੇਡਾ ਦੇ ਫੌਜੀ, ਸਰਕਾਰ ਨੇ ਹਟਾਈ ਪਾਬੰਦੀ। ਬੱਸ ਨਾਲ ਵਾਪਰਿਆ ਹਾਦਸਾ, 13 ਬੱਚੇ ਹੋਏ ਹਾਦਸੇ ਦਾ ਸ਼ਿਕਾਰ। ਜਗਮੀਤ ਸਿੰਘ ਨੇ ਕੀਤੀ ਡਿਬੇਟ ਲਈ ਮੰਗ, ਹਸਪਤਾਲਾਂ ਵਿੱਚ ਵੱਧ ਰਿਹਾ ਬੋਝ। ਕੈਨੇਡਾ ਵਾਸੀਆਂ ਦੇ ਸਿਰ ਵੱਧ ਹੋਇਆ ਕਰਜ਼ਾ, ਤਾਜ਼ਾ ਅੰਕੜਿਆਂ ਤੋਂ ਆਈ ਜਾਣਕਾਰੀ। ਕੈਨੇਡਾ ਦੇ ਇੱਕ ਹਿੱਸੇ ਤੋਂ ਪੰਜਾਬੀ ਭਾਈਚਾਰੇ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ, ਜਿੱਥੇ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਦੀ ਪਹਿਚਾਣ ਵੀ ਪੁਲਿਸ ਨੇ ਦੱਸੀ ਹੈ। ਗੋਲੀਆਂ ਕਿਉਂ ਮਾਰੀਆਂ ਗਈਆਂ, ਕਤਲ ਕਿਸ ਕਾਰਨ ਕੀਤਾ ਗਿਆ, ਇਹ ਸਾਰੀਆਂ ਚੀਜ਼ਾਂ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਫਿਲਹਾਲ ਹੁਣ ਤੱਕ ਦੀ ਅਪਡੇਟ ਦੇ ਵਿੱਚ ਇਹਨਾਂ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਤੋਂ ਸਿੱਖ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਹੈ, ਜਿਸ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਘਟਨਾ ਐਡਮਿੰਟਨ ਦੇ ਨਾਲ ਜੁੜੀ ਹੋਈ ਹੈ, ਜਿੱਥੇ ਸਿੱਖ ਨੌਜਵਾਨ ਦੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਦੀ ਪਹਿਚਾਣ ਪੁਲਿਸ ਅਧਿਕਾਰੀਆਂ ਵੱਲੋਂ 24 ਸਾਲਾ ਸਨਰਾਜ ਸਿੰਘ ਦੇ ਤੌਰ ਤੇ ਉੱਪਰ ਦੱਸੀ ਗਈ ਹੈ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਮਾਮਲਾ 3 ਦਸੰਬਰ ਵਾਲੇ ਦਿਨ 8:40 ਦੇ ਕਰੀਬ ਐਡਮਿੰਟਨ ਦੇ 13 ਐਵਨਿਊ ਦੇ 51 ਸਟਰੀਟ ਦੇ ਨੇੜਿਓਂ ਸਾਹਮਣੇ ਆਇਆ, ਜਿੱਥੇ ਆਫੀਸਰਸ ਨੂੰ ਗੋਲੀਆਂ ਚੱਲਣ ਬਾਰੇ ਜਾਣਕਾਰੀ ਮਿਲੀ। ਜਦੋਂ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਵਿਅਕਤੀ ਵਾਹਨ ਦੇ ਵਿੱਚ ਬੈਠਾ ਹੋਇਆ ਸੀ। ਆਫੀਸਰਸ ਵੱਲੋਂ ਸਿੰਘ ਨੂੰ CPR ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਨੂੰ ਕੁਝ ਸਮੇਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸਨਰਾਜ ਦੀ ਮੌਤ ਦੇ ਕਾਰਨ ਗੋਲੀਆਂ ਦੱਸੇ ਜਾ ਰਹੇ ਨੇ, ਜਿਸ ਦੇ ਉੱਪਰ ਗੋਲੀ ਨਾਲ ਹਮਲਾ ਕੀਤਾ ਗਿਆ। ਇਸ ਨੂੰ ਹੋਮਿਸਾਈਡ ਦੇ ਮਾਮਲੇ ਦੇ ਤੌਰ ਤੇ ਉੱਪਰ ਪੁਲਿਸ ਅਧਿਕਾਰੀਆਂ ਵੱਲੋਂ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਕੁਝ ਸਮਾਂ ਪਹਿਲਾਂ 7 ਦਸੰਬਰ ਨੂੰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਪੰਜਾਬੀ ਮੂਲ ਦੀ ਲੜਕੀ ਦਾ ਘਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਵੱਲੋਂ ਉਸ ਦੇ ਪਤੀ ਖਿਲਾਫ ਕਾਰਵਾਈ ਕੀਤੀ ਗਈ, ਜਿਸ ਨੂੰ ਘਰੇਲੂ ਹਿੰਸਾ ਦੇ ਚੱਲਦਿਆਂ ਗ੍ਰਿਫਤਾਰ ਕੀਤਾ ਗਿਆ। ਇੱਕ ਹੋਰ ਅਜਿਹਾ ਮਾਮਲਾ 3 ਦਸੰਬਰ ਨੂੰ ਸਾਹਮਣੇ ਆਇਆ, ਜਿੱਥੇ ਪਵਨਪ੍ਰੀਤ ਨਾਮਕ ਕੁੜੀ ਨੂੰ ਗੈਸ ਸਟੇਸ਼ਨ ਤੇ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਤੋਂ ਵੀ ਪਹਿਲਾਂ ਇੱਕ ਅਜਿਹਾ ਮਾਮਲਾ ਸਰੀ ਤੋਂ ਦਰਜ ਕੀਤਾ ਗਿਆ ਸੀ, ਜਿੱਥੇ ਪਾਰਕਿੰਗ ਲਾਟ ਦੇ ਵਿੱਚ ਮਹਿਕਪ੍ਰੀਤ ਸੇਠੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਇਸ ਤਰ੍ਹਾਂ ਦੇ ਕਤਲ ਦੇ ਜੋ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ, ਉਸ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਵੀ ਚਿੰਤਾ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ ਵਿੱਚ ਸਟੈਟਿਸਟਿਕਸ ਕੈਨੇਡਾ ਵੱਲੋਂ ਕੁਝ ਤਾਜ਼ਾ ਅੰਕੜੇ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਵਿੱਚ 788 ਹੋਮਿਸਾਈਡ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਤਰ੍ਹਾਂ ਦੀਆਂ ਘਟਨਾ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਭਾਈਚਾਰਾ ਚਿੰਤਾ ਵਿੱਚ ਹੈ, ਦੂਸਰੇ ਪਾਸੇ ਲਗਾਤਾਰ ਪੁਲਿਸ ਅਧਿਕਾਰੀ ਵੀ ਇਸ ਨੂੰ ਲੈ ਕੇ ਅਪਡੇਟ ਸਾਂਝੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਕੈਨੇਡਾ ਵਿੱਚ ਮਹਿੰਗਾਈ ਵਧ ਰਹੀ ਹੈ, ਪਰ ਦੂਜੇ ਪਾਸੇ ਕਈ ਕੈਨੇਡੀਅਨਸ ਨੂੰ ਰਾਹਤ ਵੀ ਮਿਲੇਗੀ। ਇਹ ਰਾਹਤ ਕਿਰਾਏਦਾਰਾਂ ਨੂੰ ਮਿਲਣ ਜਾ ਰਹੀ ਹੈ, ਜਿੱਥੇ ਉਹ ਵਨ ਟਾਈਮ ਬੈਨੀਫਿਟ ਲੈ ਸਕਦੇ ਨੇ, ਜੋ ਕਿ $500 ਦਾ ਹੋਵੇਗਾ। ਵੱਧਦੀ ਮਹਿੰਗਾਈ 'ਚ ਕੈਨੇਡੀਅਨਸ ਨੂੰ ਤੋਹਫਾ, ਕਿਰਾਏਦਾਰਾਂ ਨੂੰ ਮਿਲੇਗਾ ਵਨ ਟਾਈਮ $500 ਦਾ ਬੈਨੀਫਿਟ। ਕੈਨੇਡਾ ਹਾਊਸਿੰਗ ਬੈਨੀਫਿਟ ਲਈ ਵਨ ਟਾਈਮ ਟੌਪ ਅਪ ਦੇ ਲਈ ਹੁਣ ਅਰਜ਼ੀਆਂ ਖੁੱਲ ਚੁੱਕੀਆਂ ਨੇ, ਜਿਸ ਨਾਲ ਯੋਗ ਕਿਰਾਏਦਾਰ ਵਾਧੂ $500 ਹਾਸਲ ਕਰ ਸਕਣਗੇ। NDP ਸਮਰਥਿਤ ਲਿਬਰਲ ਅਫੋਰਡੇਬਿਲਿਟੀ ਪਲਾਨ ਦੇ ਹਿੱਸੇ ਵਜੋਂ ਵਾਅਦਾ ਕੀਤਾ ਗਿਆ ਸੀ ਤੇ ਪਿਛਲੇ ਮਹੀਨੇ ਇੱਕ ਬਿੱਲ ਕਾਨੂੰਨ ਬਣ ਗਿਆ, ਜਿਸ ਵਿੱਚ ਘੱਟ ਆਮਦਨੀ ਵਾਲੇ ਕੈਨੇਡੀਅਨਸ ਦੇ ਫੈਡਰਲ ਡੈਂਟਲ ਕੇਅਰ ਬੈਨੀਫਿਟ ਦੀ ਰਕਮ ਵਿੱਚ ਵਾਧਾ ਕੀਤਾ ਗਿਆ। 12 ਦਸੰਬਰ ਨੂੰ ਐਪਲੀਕੇਸ਼ਨ ਪੋਰਟਲ ਖੁੱਲ੍ਹਣ ਤੋਂ ਪਹਿਲਾਂ ਫੈਡਰਲ ਕੈਨੇਡਾ ਰੈਵਨਿਊ ਏਜੰਸੀ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿਸਟਮ ਅਪਲਾਈ ਕਰਨ ਵਾਲੇ ਕੈਨੇਡੀਅਨਸ ਲਈ ਕਿਵੇਂ ਕੰਮ ਕਰੇਗਾ। ਲਿਬਰਲਾਂ ਨੇ ਪਤਝੜ ਵਿੱਚ ਮੌਜੂਦਾ ਕੈਨੇਡਾ ਹਾਊਸਿੰਗ ਬੈਨੀਫਿਟ ਪ੍ਰੋਗਰਾਮ ਨੂੰ ਇੱਕ ਵਾਰ $500 ਫੈਡਰਲ ਬੂਸਟ ਦੀ ਘੋਸ਼ਣਾ ਕੀਤੀ। ਉਹਨਾਂ ਯੋਗ ਲੋਕਾਂ ਦੀ ਕਿਰਾਏ ਦੀ ਲਾਗਤ ਨੂੰ ਕਵਰ ਕਰਨ ਦੇ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਗਿਆ, ਕਿਉਂਕਿ ਕਿਰਾਇਆ ਦੇਸ਼ ਭਰ ਵਿੱਚ ਲਗਾਤਾਰ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਜੇ ਰਹਿਣ ਦੀਆਂ ਚੁਣੌਤੀਆਂ ਦੀ ਕੀਮਤ ਲਗਾਤਾਰ ਰਹਿੰਦੀ ਹੈ ਤਾਂ ਇਸ ਸਕੀਮ ਨੂੰ ਰੀਨਿਊ ਕਰਨ ਦੀ ਸੰਭਾਵਨਾ ਵੀ ਹੈ। ਦੱਸ ਦਈਏ ਕਿ ਪ੍ਰੋਗਰਾਮ ਦੀ ਲਾਗਤ $1.2 ਬਿਲੀਅਨ ਹੈ ਤੇ $475 ਮਿਲੀਅਨ, ਜਿਸ ਵਿੱਚੋਂ 2022 ਦੇ ਫੈਡਰਲ ਬਜਟ ਵਿੱਚ ਸ਼ਾਮਲ ਕੀਤੇ ਗਏ ਨੇ। ਕੈਨੇਡਾ ਵਿੱਚ ਇਸ ਸਮੇਂ ਬੱਚਿਆਂ ਅੰਦਰ ਫਲੂ ਦੇ ਕਾਫੀ ਜ਼ਿਆਦਾ ਕੇਸਿਸ ਦਰਜ ਕੀਤੇ ਜਾ ਰਹੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਵੀ ਕਰਵਾਉਣਾ ਪੈ ਰਿਹਾ ਹੈ। ਹਸਪਤਾਲਾਂ ਉੱਪਰ ਜੋ ਬੋਝ ਪੈ ਰਿਹਾ ਹੈ, ਇਸ ਦੌਰਾਨ NDP ਲੀਡਰ ਜਗਮੀਤ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਐਮਰਜੈਂਸੀ ਡਿਬੇਟ ਬੁਲਾਈ ਜਾਵੇ। NDP ਲੀਡਰ ਜਗਮੀਤ ਸਿੰਘ ਦੀ ਮੰਗ ਹੈ ਕਿ ਜਲਦ ਡਿਬੇਟ ਹੋਣੀ ਚਾਹੀਦੀ ਹੈ। ਦੇਸ਼ ਵਿੱਚ ਫਲੂ ਦੇ ਮਾਮਲੇ ਦਰਜ ਕੀਤੇ ਜਾ ਰਹੇ ਨੇ, ਖਾਸ ਤੌਰ ਤੇ ਉੱਪਰ ਬੱਚੇ ਇਸ ਕਾਰਨ ਪ੍ਰਭਾਵਿਤ ਹੋ ਰਹੇ ਨੇ। ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪੈ ਰਿਹਾ ਹੈ ਤੇ ਹਸਪਤਾਲਾਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਇਸ ਦਾ ਸਮੇਂ-ਸਮੇਂ ਤੇ ਜ਼ਿਕਰ ਹੋ ਰਿਹਾ ਹੈ। ਇਨ੍ਹਾਂ ਸਾਰੇ ਹਾਲਾਤਾਂ ਵਿੱਚ ਹੀ NDP ਲੀਡਰ ਜਗਮੀਤ ਸਿੰਘ ਦੀ ਮੰਗ ਹੈ ਕਿ ਤੁਰੰਤ ਇੱਕ ਡਿਬੇਟ ਬੁਲਾਈ ਜਾਵੇ।
ਇਸ ਡਿਬੇਟ ਦੀ ਮੰਗ ਉਹਨਾਂ ਵੱਲੋਂ ਹਾਊਸ ਆਫ ਕਾਮਨਸ ਵਾਸਤੇ ਕੀਤੀ ਜਾ ਰਹੀ ਹੈ। ਸਿੰਘ ਵੱਲੋਂ ਸਪੀਕਰ ਨੂੰ ਇਸ ਬਾਰੇ ਲਿਖਿਆ ਵੀ ਗਿਆ, ਜਿਸ ਦੇ ਵਿੱਚ ਉਹਨਾਂ ਨੇ ਇੱਕ ਅਪੀਲ ਕੀਤੀ ਹੈ। ਦੱਸੀਏ ਕਿ ਪਿਛਲੇ ਹਫ਼ਤੇ ਦੇਖਣ ਦੇ ਵਿੱਚ ਆਇਆ ਹੈ ਕਿ ਹਸਪਤਾਲਾਂ ਅੰਦਰ ਬੱਚਿਆਂ ਨੂੰ ਲਗਾਤਾਰ ਭਰਤੀ ਕਰਵਾਇਆ ਜਾ ਰਿਹਾ ਹੈ ਕਿਉਂਕਿ ਇਹਨਾਂ ਬੱਚਿਆਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ। ਐਲਬਰਟਾ ਦੇ ਚਿਲਡਰਨਸ ਹਸਪੀਟਲ ਤੋਂ ਵੀ ਕੁਝ ਇਸੇ ਤਰ੍ਹਾਂ ਦੀ ਹੀ ਜਾਣਕਾਰੀ ਸਾਹਮਣੇ ਆਈ, ਜਿੱਥੇ ਲਗਾਤਾਰ ਹਸਪਤਾਲਾਂ ਦੇ ਉੱਪਰ ਦਬਾਅ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਅਜਿਹੇ ਹਾਲਾਤ ਬਣੇ ਜਿੱਥੇ ਕੁਝ ਬੱਚਿਆਂ ਦੀ ਫਲੂ ਕਾਰਨ ਜਾਨ ਵੀ ਚਲੀ ਗਈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਇਹਨਾਂ ਤਮਾਮ ਗੱਲਾਂ ਦਾ ਜ਼ਿਕਰ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਰੂਰਤ ਹੈ ਕਿ ਉਹ ਤੁਰੰਤ ਇਸ ਸੰਬੰਧੀ ਕੁਝ ਖਾਸ ਕਦਮ ਚੁੱਕਣ। Are at full capacity when it comes to children. I spoke with a parent yesterday whose child was admitted to the Children's Hospital here in Ottawa. And he shared his story. He had to wait hours and hours, over 10 hours to get care for a child that was having problems breathing. And as a parent, the idea of your kid having a hard time breathing is terrifying. And he shared that his story wasn't singular. There was so many parents, so many kids that were in the hospital. It was full. And he made it clear it was not the fault of the frontline healthcare workers, but he said, I don't care whose fault it is in terms of what level of government. I just want to make sure my kid can get the care that she needs. And I agree. The job of elected officials is to find solutions. So far, the Prime Minister, Justin Trudeau, is more concerned about who to blame. And sure, Doug Ford at the provincial level here in Ontario is responsible and he's not doing what's necessary. But a leader is someone who actually finds solutions. When I'm Prime Minister, I would use every resource possible to make sure our kids are getting the care they need. And that means making sure every step possible is taken to make sure the medication that kids need is available. We still don't know what the solution is for amoxicillin, which is a very important antibiotic used for children. What's the solution to make sure that we have an available source of that? ਕੈਨੇਡੀਅਨ ਫੌਜ ਵਿੱਚ ਭਰਤੀ ਦੀਆਂ ਤਾਜ਼ਾ ਅਰਜ਼ੀਆਂ ਵਿੱਚੋਂ ਅੱਧੇ ਤੋਂ ਵੱਧ ਬਿਨੇਗਾਰ ਪੀਆਰ ਹਨ। ਹਾਲ ਹੀ ਵਿੱਚ ਸਰਕਾਰ ਨੇ ਪੀਆਰ ਦੇ ਫੌਜ ਵਿੱਚ ਭਰਤੀ ਹੋਣ ਤੇ ਜੋ ਪਾਬੰਦੀ ਲੱਗੀ ਸੀ ਉਸ ਨੂੰ ਹਟਾ ਦਿੱਤਾ, ਜਿਸ ਤੋਂ ਬਾਅਦ ਪੀਆਰ ਦੀਆਂ ਕਈ ਅਰਜ਼ੀਆਂ ਫੌਜ ਵਾਸਤੇ ਆਈਆਂ ਨੇ। ਪਿਛਲੇ ਦਿਨੀ ਵੀ ਇਸ ਬਾਰੇ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਵਿਭਾਗ ਮੁਤਾਬਕ ਲੰਘੇ ਇੱਕ ਹਫ਼ਤੇ ਦੌਰਾਨ ਕੈਨੇਡੀਅਨ ਫੌਜ ਵਿੱਚ ਭਰਤੀ ਹੋਣ ਵਾਸਤੇ ਅਰਜ਼ੀਆਂ ਦੇਣ ਵਾਲਿਆਂ ਵਿੱਚੋਂ ਅੱਧੇ ਤੋਂ ਵੱਧ ਬਿਨੇਗਾਰ ਤਕਰੀਬਨ 700 ਪੀਆਰ ਹਨ। ਨਵੰਬਰ ਮਹੀਨੇ ਦੀ ਸ਼ੁਰੂਆਤ ਤੋਂ 2670 ਨਵੇਂ ਇਮੀਗ੍ਰੈਂਟਸ ਕੈਨੇਡੀਅਨ ਆਰਮਡ ਫੋਰਸਿਸ ਵਿੱਚ ਸੇਵਾ ਨਿਭਾਉਣ ਵਾਸਤੇ ਵੋਲੰਟੀਅਰ ਕਰ ਚੁੱਕੇ ਨੇ। ਇਹ ਉਸ ਰੁਝਾਨ ਦੇ ਖਤਮ ਹੋਣ ਦਾ ਇੱਕ ਸੰਕੇਤ ਹੈ ਕਿ ਨਵੇਂ ਪ੍ਰਵਾਸੀ ਫੌਜ ਦੀਆਂ ਨੌਕਰੀਆਂ ਵਿੱਚ ਦਿਲਚਸਪੀ ਨਹੀਂ ਰੱਖਦੇ। ਆਪਣੇ ਭਾਈਵਾਲਾਂ ਦੇ ਤਰਜ਼ ਤੇ ਕੈਨੇਡਾ ਸਰਕਾਰ ਨੇ 5 ਦਸੰਬਰ ਨੂੰ ਪੀਆਰ ਦੇ ਫੌਜ ਵਿੱਚ ਭਰਤੀ ਹੋਣ ਤੇ ਜੋ ਪਾਬੰਦੀ ਲੱਗੀ ਸੀ ਉਸ ਨੂੰ ਖਤਮ ਕਰ ਦਿੱਤਾ। ਫੌਜ ਪ੍ਰਮੁੱਖ ਜਨਰਲ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਇਹ ਇੱਕ ਜ਼ਬਰਦਸਤ ਸ਼ੁਰੂਆਤ ਹੈ। ਪਿਛਲੇ ਸੋਮਵਾਰ ਨੂੰ ਹੋਏ ਐਲਾਨ ਤੋਂ ਬਾਅਦ ਫੌਜ ਵਿੱਚ ਭਰਤੀ ਸੰਬੰਧੀ ਪੁੱਛ-ਗਿੱਛ ਕਰਨ ਵਾਲਿਆਂ ਵਿੱਚੋਂ 50% ਲੋਕ ਪੀਆਰ ਹਨ। ਭਾਵੇਂ ਇਹ ਸ਼ੁਰੂਆਤੀ ਅੰਕੜੇ ਨੇ, ਪਰ ਜਨਰਲ ਨੂੰ ਇਸ ਨਾਲ ਕੁਝ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਫੌਜ ਵਿੱਚ ਕਰਮਚਾਰੀਆਂ ਦੀ ਗੰਭੀਰ ਘਾਟ ਦੀ ਚੇਤਾਵਨੀ ਦਿੰਦੇ ਰਹੇ ਨੇ। ਇੱਕ ਅੰਦਾਜ਼ੇ ਮੁਤਾਬਕ ਕੈਨੇਡੀਅਨ ਆਰਮਡ ਫੋਰਸਿਸ ਵਿੱਚ 71,500 ਨਿਯਮਿਤ ਕਰਮਚਾਰੀ ਅਤੇ 30,000 ਰਿਜ਼ਰਵ ਫੋਰਸ ਤੋਂ ਲਗਭਗ 8,000 ਤੋਂ 10,000 ਕਰਮਚਾਰੀ ਘੱਟ ਹਨ। ਸਾਲ 2020 ਵਿੱਚ ਕੋਵਿਡ-19 ਦੀ ਮਾਰ ਤੋਂ ਪਹਿਲਾਂ ਫੌਜੀਆਂ ਵੱਲੋਂ ਸਿਪਾਹੀਆਂ, ਸੇਲਰਸ ਅਤੇ ਹਵਾਈ ਅਮਲੇ ਦੀ ਭਰਤੀ ਨੂੰ ਹੁਲਾਰਾ ਦੇਣ ਦੀ ਯੋਜਨਾ ਸੀ, ਪਰ ਕੋਵਿਡ ਲਾਕਡਾਊਨ ਅਤੇ ਫੌਜ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਣ ਕਾਰਨ ਨਵੀਂ ਭਰਤੀ ਨੂੰ ਕਾਫੀ ਢਾਲ ਲੱਗ ਗਈ। ਆਰਮਡ ਫੋਰਸਿਸ ਨੂੰ ਨਵੰਬਰ ਦੀ ਸ਼ੁਰੂਆਤ ਤੋਂ ਹੁਣ ਤੱਕ 8,200 ਤੋਂ ਵੱਧ ਅਰਜ਼ੀਆਂ ਹਾਸਲ ਹੋ ਚੁੱਕੀਆਂ ਨੇ। ਜਦੋਂ ਕਿ ਵਿਅਕਤੀਆਂ ਦੇ ਨਾਮ ਦਰਜ ਨਹੀਂ ਕੀਤੇ ਗਏ, ਉਹਨਾਂ ਨੂੰ ਭਰਤੀ ਨਹੀਂ ਮੰਨਿਆ ਜਾਂਦਾ ਤੇ ਆਇਰ ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਵਾਸੀਆਂ ਦੇ ਸਿਰ ਕਾਫੀ ਜ਼ਿਆਦਾ ਕਰਜ਼ਾ ਚੜ੍ਹ ਗਿਆ ਹੈ। ਜੀ ਹਾਂ, ਕੈਨੇਡੀਅਨਸ ਦੇ ਸਿਰ ਕਿੰਨਾ ਕਰਜ਼ਾ ਹੈ, ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ तमाम ਗੱਲਾਂ ਦਾ ਜ਼ਿਕਰ ਕੀਤਾ। ਇਸ ਬਾਰੇ ਆંકੜੇ ਕੀ ਕਹਿੰਦੇ ਨੇ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡੀਅਨਸ ਉੱਪਰ ਕਰਜ਼ੇ ਦਾ ਕਾਫੀ ਬੋਝ ਹੈ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਰਿਪੋਰਟ ਪੇਸ਼ ਕੀਤੀ ਗਈ, ਜਿਸ ਮੁਤਾਬਕ ਪਤਾ ਚੱਲਿਆ ਹੈ ਕਿ ਕੈਨੇਡੀਅਨਸ ਉੱਪਰ ਹਰ $1 ਆਮਦਨ ਪਿੱਛੇ $1.83 ਦੇ ਕਰਜ਼ੇ ਦਾ ਬੋਝ ਹੈ। ਮਾਰਗੇਜ ਕਰਜ਼ਾ $2 ਟ੍ਰਿਲੀਅਨ ਤੋਂ ਵੱਧ, ਗੈਰ ਮਾਰਗੇਜ ਕਰਜ਼ਾ ਵੀ $722 ਬਿਲੀਅਨ ਦੱਸਿਆ ਜਾ ਰਿਹਾ ਹੈ।
ਦਰਅਸਲ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਾਲ ਦੀ ਤੀਸਰੀ ਤਿਮਾਹੀ ਵਿੱਚ ਕੈਨੇਡੀਅਨਸ ਦੀ ਖਰਚਣਯੋਗ ਆਮਦਨ ਦੇ ਮੁਕਾਬਲੇ ਉਨ੍ਹਾਂ ਦੀ ਦੇਣਦਾਰੀ ਵਿੱਚ ਵਾਧਾ ਹੋਇਆ ਹੈ। ਕਰਜ਼ੇ ਦਾ ਪੱਧਰ ਲੋਕਾਂ ਦੀ ਕਮਾਈ ਨਾਲੋਂ ਜ਼ਿਆਦਾ ਉੱਪਰ ਦਰਜ ਕੀਤਾ ਗਿਆ। ਏਜੰਸੀ ਮੁਤਾਬਕ ਤੀਸਰੀ ਤਿਮਾਹੀ ਦੌਰਾਨ ਘਰੇਲੂ ਆਮਦਨ ਅਤੇ ਘਰੇਲੂ ਕਰਜ਼ ਦਾ ਅਨੁਪਾਤ ਵਧ ਕੇ 183.3% ਹੋ ਗਿਆ। ਦੂਸਰੀ ਤਿਮਾਹੀ ਦੌਰਾਨ ਇਹ 182.6% ਸੀ। ਸਟੈਟਿਸਟਿਕਸ ਕੈਨੇਡਾ ਮੁਤਾਬਕ ਹਰੇਕ $1 ਪਿੱਛੇ $1.83 ਦੀ ਦੇਣਦਾਰੀ ਹੈ। ਤਿਮਾਹੀ ਦੌਰਾਨ ਆਮਦਨ ਵਿੱਚ 0.8% ਵਾਧਾ ਹੋਇਆ, ਜਦਕਿ ਘਰੇਲੂ ਕਰਜ਼ ਵਿੱਚ 1.2% ਇਜ਼ਾਫਾ ਦਰਜ ਕੀਤਾ ਗਿਆ। ਬੈਂਕ ਆਫ ਮੌਂਟਰੀਅਲ ਦੀ ਅਰਥ ਸ਼ਾਸਤਰੀ ਦਾ ਕਹਿਣਾ ਹੈ ਕਿ ਉੱਚੀਆਂ ਵਿਆਜ ਦਰਾਂ ਦੇ ਬਾਵਜੂਦ ਮਾਰਗੇਜ ਅਤੇ ਗੈਰ ਮਾਰਗੇਜ ਲੋਨਾਂ ਵਿੱਚ ਵਾਧਾ ਹੋਇਆ। ਮਾਰਗੇਜ ਕਰਜ਼ਾ 2.07 ਟ੍ਰਿਲੀਅਨ ਅਤੇ ਹੋਰ ਕਰਜ਼ੇ $722.6 ਬਿਲੀਅਨ ਦਰਜ ਕੀਤੇ ਗਏ ਨੇ। ਇਸ ਤੋਂ ਇਲਾਵਾ ਪਤਾ ਚੱਲਿਆ ਕਿ ਜਿੱਥੇ ਇੱਕ ਪਾਸੇ ਕੈਨੇਡੀਅਨ ਦੇ ਸਿਰ ਚੜਿਆ ਕਰਜ਼ਾ ਵੱਧ ਹੋਇਆ, ਉਧਰ ਦੂਸਰੇ ਪਾਸੇ ਉਨ੍ਹਾਂ ਦੀ ਸੰਪਤੀ ਦੇ ਮੁੱਲ ਵਿੱਚ ਵਾਧਾ ਆਇਆ ਹੈ। ਰਾਸ਼ਟਰੀ ਪੱਧਰ ਤੇ ਪ੍ਰਤੀ ਵਿਅਕਤੀ ਸੰਪਤੀ ਵਿੱਚ 3.8% ਦੀ ਗਿਰਾਵਟ ਆਈ ਅਤੇ $4,38,815 ਦਰਜ ਹੋਈ। TD ਬੈਂਕ ਦੇ ਅਰਥ ਸ਼ਾਸਤਰੀ ਦਾ ਕਹਿਣਾ ਹੈ ਕਿ ਆਲਮੀ ਵਿੱਤੀ ਸੰਕਟ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਵਿੱਚ ਘਰੇਲੂ ਦੌਲਤ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੋਵੇ। ਹੁਣ ਇਸ ਬਾਰੇ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਕਾਫੀ ਕੁਝ ਬਿਆਨ ਕਰਦੇ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਅਲੱਗ-ਅਲੱਗ ਵਿਸ਼ਿਆਂ ਤੇ ਅੰਕੜੇ ਸਾਂਝੇ ਕੀਤੇ ਜਾਂਦੇ ਹਨ। ਕੋਰੋਨਾ ਵਾਇਰਸ ਦੇ ਕਾਰਨ ਅਲੱਗ-ਅਲੱਗ ਚੀਜ਼ਾਂ ਪ੍ਰਭਾਵਿਤ ਹੋਈਆਂ ਨੇ, ਖਾਸ ਕਰ ਟੂਰਿਜ਼ਮ ਇਸ ਕਾਰਨ ਕਾਫੀ ਜ਼ਿਆਦਾ ਮਾਰ ਹੇਠਾਂ ਆਇਆ ਹੈ। ਓਨਟਾਰੀਓ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਹੈ ਕਿ ਅਗਲੇ ਸਾਲ ਵੀ ਟੂਰਿਜ਼ਮ ਬਿਹਤਰ ਨਹੀਂ ਹੋਵੇਗਾ। ਸਾਲ 2025 ਤੱਕ ਟੂਰਿਜ਼ਮ ਠੀਕ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਆਉਣ ਵਾਲੇ ਸਾਲ ਵੀ ਪਵੇਗੀ ਕੋਵਿਡ ਦੀ ਮਾਰ। ਓਨਟਾਰੀਓ ਦਾ ਟੂਰਿਜ਼ਮ 2025 ਤੱਕ ਹੋਵੇਗਾ ਸ਼ਾਇਦ ਠੀਕ। ਓਨਟਾਰੀਓ ਚੈਂਬਰ ਆਫ ਕਾਮਰਸ ਅਤੇ ਉਦਯੋਗ ਨੇ ਇੱਕ ਸਾਂਝੀ ਰਿਪੋਰਟ ਵਿੱਚ ਕਿਹਾ ਕਿ ਓਨਟਾਰੀਓ ਦੇ ਸੈਰ ਸਪਾਟਾ ਉਦਯੋਗ ਦੇ 2025 ਤੱਕ ਠੀਕ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਉਹਨਾਂ ਨੇ ਟੈਕਸ ਪ੍ਰੋਤਸਾਹਨ, ਕੈਨਾਬਿਸ ਸੈਰ ਸਪਾਟਾ ਅਤੇ ਸਟਾਫ ਦੀ ਭਰਤੀ ਵਿੱਚ ਮਦਦ ਕਰਨ ਦੀ ਸਲਾਹ ਵੀ ਦਿੱਤੀ ਹੈ। OCC ਅਤੇ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਆਫ ਓਨਟਾਰੀਓ ਦੀ ਜਾਰੀ ਕੀਤੀ ਜਾਣ ਵਾਲੀ ਰਿਪੋਰਟ ਦੇ ਅਨੁਸਾਰ ਸੂਬੇ ਭਰ ਵਿੱਚ ਸੈਰ ਸਪਾਟਾ ਕਾਰੋਬਾਰ ਔਸਤਨ 2019 ਤੱਕ 64% ਆਮਦਨੀ ਪੈਦਾ ਕਰਦਾ ਸੀ। ਚੈਂਬਰ ਆਫ ਕਾਮਰਸ ਵਿੱਚ ਨੀਤੀ ਦੇ ਉਪ ਪ੍ਰਧਾਨ ਡੈਨੀਅਲ ਸਫਾਈਨੀ ਨੇ ਕਿਹਾ ਕਿ ਸੂਬੇ ਨੂੰ ਇਹਨਾਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਇੱਕ ਵਿਆਪਕ ਰਣਨੀਤੀ ਦੀ ਲੋੜ ਹੋਵੇਗੀ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ, ਇਸ ਉਦਯੋਗ ਦੀ ਸੰਭਾਵਨਾ ਉਦੋਂ ਤੱਕ ਨਹੀਂ ਪਹੁੰਚ ਸਕਦੀ ਜਦੋਂ ਤੱਕ ਦੋਵੇਂ ਕੁਝ ਤਤਕਾਲੀ ਚੁਣੌਤੀਆਂ ਨੂੰ ਹੱਲ ਕਰਨ ਦੇ ਲਈ ਅੱਗੇ ਨਹੀਂ ਆ ਜਾਂਦੇ। ਟੋਰਾਂਟੋ ਵਿੱਚ ਇੱਕ ਵਿਅਕਤੀ ਉੱਪਰ ਰਾਤ ਵੇਲੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ। ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਘਟਨਾ 9:30 ਦੇ ਕਰੀਬ ਬਲੂਰ ਅਤੇ ਡੈਫਰਨ ਸਟਰੀਟਸ ਦੇ ਨੇੜਿਓਂ ਸਾਹਮਣੇ ਆਈ ਹੈ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ ਕੁਝ ਵਿਅਕਤੀਆਂ ਵੱਲੋਂ ਇੱਕ ਪੀੜਤ ਦੇ ਉੱਪਰ ਹਮਲਾ ਕੀਤਾ ਗਿਆ, ਫਿਰ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਹਮਲਾ ਕਰਨ ਵਾਲੇ ਗਰੁੱਪ ਦੀ ਪਹਿਚਾਣ ਜਾਂ ਫਿਰ ਉਨ੍ਹਾਂ ਬਾਰੇ ਕੋਈ ਬਹੁਤੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ। ਜਿਸ ਪੀੜਤ ਨੂੰ ਸੱਟਾਂ ਆਈਆਂ ਨੇ ਉਸ ਬਾਰੇ ਵੀ ਨਹੀਂ ਦੱਸਿਆ ਗਿਆ। ਇਸ ਤੋਂ ਇਲਾਵਾ ਆਫੀਸਰਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ 4168082222 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 4162228477 ਦੇ ਉੱਪਰ ਕਾਲ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਸਾਰੀ ਘਟਨਾ ਸੰਬੰਧੀ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਵਿੰਡਸਰ ਐਸੈਕਸ ਕਾਉਂਟੀ ਹੈਲਥ ਯੂਨਿਟ ਵੱਲੋਂ ਮਾਂ-ਬਾਪ ਨੂੰ ਇਹ ਗੱਲ ਕਹੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੈਕਸੀਨ ਜ਼ਰੂਰ ਲਗਵਾਉਣ ਤੇ ਅਪ ਟੂ ਡੇਟ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ। ਜੇਕਰ ਵਿਦਿਆਰਥੀਆਂ ਦੇ ਟੀਕਾ ਨਹੀਂ ਲੱਗਾ ਹੋਵੇਗਾ ਤੇ ਉਹਨਾਂ ਨੂੰ ਸਕੂਲ ਵਿੱਚੋਂ ਮੁਅੱਤਲ ਕੀਤਾ ਜਾਵੇਗਾ। ਆਫੀਸਰਸ ਇਸ ਬਾਰੇ ਹੋਰ ਕੀ ਕਹਿ ਰਹੇ ਨੇ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਬੱਚਿਆਂ ਨੂੰ ਸਕੂਲ ਤੋਂ ਕੀਤਾ ਜਾ ਸਕਦਾ ਹੈ ਸਸਪੈਂਡ, ਅਪ ਟੂ ਡੇਟ ਟੀਕੇ ਲਾਉਣ ਦੀ ਸਖਤ ਹਦਾਇਤ। ਵਿੰਡਸਰ ਐਕਸੈਸ ਕਾਉਂਟੀ ਹੈਲਥ ਯੂਨਿਟ ਮਾਪਿਆਂ ਨੂੰ ਸੂਚਿਤ ਕਰਦਾ ਹੈ ਕਿ ਅਧੂਰੇ ਟੀਕਾਕਰਨ ਰਿਕਾਰਡ ਵਾਲੇ 12,000 ਤੋਂ ਵੱਧ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ। ਦਰਅਸਲ ਇਮੂਨਾਈਜੇਸ਼ਨ ਆਫ ਸਕੂਲ ਪੀਪਲਸ ਐਕਟ ਦੇ ਅਨੁਸਾਰ ਓਨਟਾਰੀਓ ਦੇ ਸਾਰੇ ਵਿਦਿਆਰਥੀਆਂ ਨੂੰ ਟੀਕਾਕਰਨ ਬਾਰੇ ਅਪ ਟੂ ਡੇਟ ਹੋਣ ਦੀ ਲੋੜ ਹੈ। ਪਬਲਿਕ ਹੈਲਥ ਯੂਨਿਟਾਂ ਨੂੰ ਉਹਨਾਂ ਦੇ ਖੇਤਰ ਵਿੱਚ ਸਕੂਲ ਜਾਣ ਵਾਲੇ ਹਰੇਕ ਵਿਦਿਆਰਥੀ ਲਈ ਵੈਕਸੀਨ ਦੇ ਰਿਕਾਰਡਾਂ ਦੀ ਸਾਂਭ ਸੰਭਾਲ ਅਤੇ
ਸਮੀਖਿਆ ਕਰਨੀ ਹੁੰਦੀ ਹੈ ਅਤੇ ਜੋ ਅਪ ਟੂ ਡੇਟ ਨਹੀਂ ਨੇ ਉਹਨਾਂ ਨੂੰ 20 ਦਿਨਾਂ ਤੱਕ ਸਕੂਲ ਤੋਂ ਮੁਅੱਤਲ ਕੀਤਾ ਜਾ ਸਕਦਾ ਹੈ। 16 ਮਾਰਚ 2023 ਨੂੰ ਅਧੂਰੇ ਟੀਕਾਕਰਨ ਰਿਕਾਰਡ ਵਾਲੇ ਵਿਦਿਆਰਥੀਆਂ ਨੂੰ ਸਕੂਲ ਤੋਂ ਮੁਅੱਤਲ ਕਰਨ ਦਾ ਨੋਟਿਸ ਪ੍ਰਾਪਤ ਹੋਵੇਗਾ। WECHU ਨੇ ਸਾਰੇ ਐਲੀਮੈਂਟਰੀ ਵਿਦਿਆਰਥੀਆਂ ਦੇ ਟੀਕਾਕਰਨ ਰਿਕਾਰਡਾਂ ਦੀ ਸਮੀਖਿਆ ਪੂਰੀ ਕੀਤੀ ਹੈ। ਸੋਮਵਾਰ ਤੱਕ 12,000 ਤੋਂ ਵੱਧ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਹਨ ਜਿਨ੍ਹਾਂ ਦੇ ਰਿਕਾਰਡ ਅਧੂਰੇ ਪਾਏ ਗਏ ਨੇ। ਇਹ ਵਿਦਿਆਰਥੀ ਜਾਂ ਤਾਂ ਇੱਕ ਜਾਂ ਇੱਕ ਤੋਂ ਵੱਧ ਟੀਕਿਆਂ ਲਈ ਬਕਾਏ ਨੇ ਜਾਂ ਫਿਰ ਇਹਨਾਂ ਨੇ ਸਿਹਤ ਯੂਨਿਟ ਨੂੰ ਆਪਣੇ ਅਪਡੇਟ ਕੀਤੇ ਹੋਏ ਰਿਕਾਰਡ ਜਮ੍ਹਾਂ ਹਾਲੇ ਤੱਕ ਨਹੀਂ ਕਰਾਏ। ਸਕੂਲਾਂ ਦੁਆਰਾ ਪ੍ਰਭਾਵਿਤ ਵਿਦਿਆਰਥੀਆਂ ਨੂੰ ਪਿਛਲੇ ਹਫ਼ਤੇ ਨੋਟਿਸ ਵੰਡੇ ਗਏ ਸਨ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਵਿਦਿਆਰਥੀਆਂ ਦੇ ਰਿਕਾਰਡ ਵਿੱਚੋਂ ਕਿਹੜੀਆਂ ਲੋੜੀਂਦੀਆਂ ਚੀਜ਼ਾਂ ਗਾਇਬ ਨੇ ਅਤੇ ਸਿਹਤ ਯੂਨਿਟ ਦੇ ਨਾਲ ਇਮਿਊਨਾਈਜੇਸ਼ਨ ਜਾਣਕਾਰੀ ਨੂੰ ਕਿਵੇਂ ਅਪਡੇਟ ਕਰਨਾ ਹੈ ਇਸ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ। ਕੈਨੇਡਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਖੂਨ ਦਾਨ ਕਰਨ ਵਾਲੇ ਘੱਟ ਹਨ। ਖੂਨ ਦਾਨ ਕਰਨ ਵਾਲਿਆਂ ਦੀ ਜੋ ਕਮੀ ਆਈ ਹੈ ਉਸ ਦੌਰਾਨ ਕਈਆਂ ਨੂੰ ਅਪੀਲ ਕੀਤੀ ਗਈ ਹੈ। ਕੁਝ ਜਿਹੜੇ ਖਾਸ ਲੋਕਾਂ ਨੂੰ ਇਸ ਸੰਬੰਧੀ ਅਪੀਲ ਕੀਤੀ ਗਈ ਹੈ ਉਸ ਦੀ ਸਾਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਵਿੱਚ ਖੂਨਦਾਨੀਆਂ ਦੀ ਕਮੀ, ਕਾਲੇ ਕੈਨੇਡੀਅਨਸ ਨੂੰ ਮਦਦ ਕਰਨ ਦੀ ਅਪੀਲ। ਕੈਨੇਡੀਅਨ ਬਲੱਡ ਸਰਵਿਸਿਜ਼ ਬਲੈਕ ਕੈਨੇਡੀਅਨਸ ਨੂੰ ਆਪਣੇ ਖੂਨਦਾਨ ਅਤੇ ਸਟੈਮ ਸੈੱਲ ਰਜਿਸਟਰੀ ਆਧਾਰ ਵਿੱਚ ਮਦਦ ਕਰਨ ਲਈ ਬੇਨਤੀ ਕਰ ਰਿਹਾ ਹੈ। ਪਰ ਇੱਕ ਮਾਹਰ ਦਾ ਕਹਿਣਾ ਹੈ ਕਿ ਇਤਿਹਾਸ ਵਿੱਚ ਕਾਲੇ ਭਾਈਚਾਰੇ ਨਾਲ ਹੋਏ ਵਿਤਕਰੇ ਕਾਰਨ ਹੀ ਖੂਨਦਾਨੀਆਂ ਦੀ ਗਿਣਤੀ ਵਿੱਚ ਕਮੀ ਹੈ ਜੋ ਕੈਨੇਡੀਅਨ ਬਲੱਡ ਸਰਵਿਸਿਜ਼ ਨੇ ਖੁਦ ਕਾਲੇ ਭਾਈਚਾਰੇ ਨਾਲ ਕੀਤਾ ਹੋਇਆ ਹੈ। ਇਸ ਸਮੇਂ ਕੈਨੇਡਾ ਵਿੱਚ ਲਗਭਗ 1000 ਲੋਕ ਸੰਸਥਾ ਰਾਹੀਂ ਸਟੈਮ ਸੈੱਲ ਦਾਨੀ ਦੀ ਭਾਲ ਕਰ ਰਹੇ ਨੇ। ਗੈਰ ਮੁਨਾਫਾ ਸਮੂਹ ਦੇ ਇੱਕ ਡਾਕਟਰ ਮੈਥਿਊ ਸੈਪਟਲ ਨੇ ਕਿਹਾ ਕਿ ਮੈਚ ਸਿਰਫ ਉਹਨਾਂ ਦਾਨੀਆਂ ਵਿੱਚ ਪਾਏ ਜਾਂਦੇ ਨੇ ਜੋ ਪ੍ਰਾਪਤਕਰਤਾ ਦੇ ਸਮਾਨ ਨਸਲ ਅਤੇ ਵਿਰਾਸਤ ਨੂੰ ਸਾਂਝੇ ਕਰਦੇ ਨੇ। 2016 ਦੀ ਜਨਗਣਨਾ ਦੇ ਅਨੁਸਾਰ ਸਟੈਮ ਸੈੱਲ ਡੋਨਰ ਰਜਿਸਟਰੀ ਵਿੱਚ ਲਗਭਗ 1.6% ਦਾਨੀ ਅਫਰੀਕੀ ਮੂਲ ਦੇ ਸਨ ਜਦਕਿ ਲਗਭਗ 3% ਕੈਨੇਡੀਅਨ ਆਬਾਦੀ ਕਾਲੇ ਵਜੋਂ ਆਪਣੀ ਪਛਾਣ ਰੱਖਦੀ ਹੈ। ਸਮੂਹ ਦੇ ਖੇਤਰੀ ਸੰਚਾਰ ਅਧਿਕਾਰੀ ਟ੍ਰਿਸ਼ ਸਮਿਥ ਨੇ ਕਿਹਾ ਕਿ ਇੱਕ ਅਫਰੀਕੀ ਨੋਵਾ ਸਕੋਸ਼ੀਅਨ ਵਰਗੇ ਘੱਟ ਗਿਣਤੀ ਸਮੂਹ ਵਿੱਚ ਕਿਸੇ ਦੀ ਸੰਭਾਵਨਾ ਇੱਕ ਮੈਚ ਲੱਭਣਾ ਅਸੰਭਵ ਦੇ ਨੇੜੇ ਹੋਵੇਗਾ। ਅਫਰੀਕਨ ਨੋਵਾ ਸਕੋਸ਼ੀਅਨ ਭਾਈਚਾਰਾ ਬਹੁਤ ਵਿਲੱਖਣ ਹੈ, ਉਸਨੇ ਕਿਹਾ। ਕੁਝ ਲੋਕ ਇਸ ਨੂੰ ਸਵਦੇਸ਼ੀ ਅਫਰੀਕੀ ਨੋਵਾ ਸਕੋਸ਼ੀਅਨ ਭਾਈਚਾਰੇ ਵਾਂਗ ਸਮਝਦੇ ਨੇ, ਇਸ ਲਈ ਇੱਥੇ ਜੜ੍ਹਾਂ ਬਹੁਤ ਡੂੰਘੀਆਂ ਨੇ ਅਤੇ ਇਸ ਲਈ ਇਹ ਜੀਵ ਵਿਗਿਆਨ ਨੂੰ ਹੋਰ ਵੀ ਵਿਲੱਖਣ ਬਣਾਉਂਦਾ ਹੈ। ਸਟੈਟਿਸਟਿਕ ਕੈਨੇਡਾ ਦੇ ਅਨੁਸਾਰ ਅਟਲਾਂਟਿਕ ਕੈਨੇਡਾ ਵਿੱਚ ਕਾਲੇ ਕੈਨੇਡੀਅਨਸ ਦੇ ਸਭ ਤੋਂ ਵੱਧ ਅਕਸਰ ਰਿਪੋਰਟ ਕੀਤੇ ਜਾਣ ਵਾਲੇ ਨਸਲੀ ਅਤੇ ਸੱਭਿਆਚਾਰਕ ਮੂਲ ਕੈਨੇਡੀਅਨ, ਅਫਰੀਕਨ, ਅੰਗਰੇਜ਼ੀ, ਆਇਰਿਸ਼, ਸਕਾਟਿਸ਼ ਅਤੇ ਫ੍ਰੈਂਚ ਹੈ। ਨੋਵਾ ਸਕੋਸ਼ੀਆ ਦੀ ਲਗਭਗ 22,000 ਦੀ ਕਾਲੇ ਆਬਾਦੀ ਅਟਲਾਂਟਿਕ ਪ੍ਰਾਂਤਾਂ ਵਿੱਚ ਸਭ ਤੋਂ ਵੱਡੀ ਹੈ। ਡਲਹੌਜੀ ਯੂਨੀਵਰਸਿਟੀ ਦੇ ਇੱਕ ਐਸੋਸੀਏਟ ਪ੍ਰੋਫੈਸਰ ਓਮਿਸੂ ਡਰਾਈਡਨ ਨੇ ਕਿਹਾ ਕਿ ਅਫਰੀਕੀ ਮੂਲ ਦੇ ਦਾਨੀਆਂ ਦੀ ਘੱਟ ਗਿਣਤੀ ਦਾ ਕਾਰਨ ਹੈ ਕਿ ਕਾਲੇ ਲੋਕਾਂ ਨੂੰ ਲੰਮੇ ਸਮੇਂ ਤੋਂ ਹਿੱਸਾ ਲੈਣ ਤੋਂ ਨਿਰਾਸ਼ ਕੀਤਾ ਗਿਆ ਜੋ ਕਿ ਸਿਹਤ ਦੇਖਭਾਲ ਵਿੱਚ ਖੂਨਦਾਨ ਪ੍ਰੋਟੋਕਾਲ ਅਤੇ ਕਾਲੇ ਨਸਲਵਾਦ ਵਿਰੋਧੀ ਅਧਿਐਨ ਕਰਦੇ ਨੇ। ਡਰਾਈਡਨ ਨੇ ਕਿਹਾ ਕਿ 80 ਅਤੇ 90 ਦੇ ਦਹਾਕੇ ਦੌਰਾਨ ਕਾਲੇ ਭਾਈਚਾਰਿਆਂ ਖਾਸ ਤੌਰ ਤੇ ਹੈਤੀਆਈ ਭਾਈਚਾਰਿਆਂ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਦੀ ਗਲਤੀ ਦੇ ਕਾਰਨ ਕੈਨੇਡਾ ਵਿੱਚ HIV ਅਤੇ ਏਡਜ਼ ਆਇਆ। ਅਮਰੀਕਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬੱਸ ਹਾਦਸੇ ਦਾ ਸ਼ਿਕਾਰ ਹੋਈ। ਇਹ ਹਾਦਸਾ ਇੱਡਾ ਵੱਡਾ ਸੀ ਕਿ 13 ਬੱਚੇ ਤੇ 3 ਅਡਲਟਸ ਜ਼ਖਮੀ ਹੋ ਗਏ। ਅਥਾਰਟੀਜ਼ ਵੱਲੋਂ ਇਸ ਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਇੱਕ ਛੋਟੀ ਚਰਚ ਬੱਸ ਹਿਊਸਟਨ ਏਰੀਆ ਅਪਾਰਟਮੈਂਟ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਜਿਸ ਵਿੱਚ 16 ਜਾਣੇ ਜ਼ਖਮੀ ਹੋਏ। ਇਹਨਾਂ 16 ਜਾਣਿਆਂ ਵਿੱਚ 13 ਬੱਚੇ ਵੀ ਸ਼ਾਮਿਲ ਸਨ। ਇਹ ਬੱਸ ਬੈਪਟਿਸਟ ਚਰਚ ਦੇ ਨਾਲ ਜੁੜੀ ਹੋਈ ਹੈ। ਇਹ ਘਟਨਾ 12:30 ਦੇ ਕਰੀਬ ਸਾਹਮਣੇ ਆਈ ਜਿਸ ਬਾਰੇ ਸ਼ੈਰਿਫ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਹੈ। ਜਿਹੜੇ 16 ਜਾਣੇ ਜ਼ਖਮੀ ਹੋਏ ਉਹਨਾਂ ਵਿੱਚੋਂ ਕਿਸੇ ਨੂੰ ਵੀ ਕੋਈ ਬਹੁਤੀਆਂ ਗੰਭੀਰ ਸੱਟਾਂ ਨਹੀਂ ਆਈਆਂ। ਆਸ-ਪਾਸ ਦੇ ਲੋਕਾਂ ਵੱਲੋਂ ਵੀ ਇਸ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ 16 ਜਾਣੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਹੜੇ ਬੱਚੇ ਜ਼ਖਮੀ ਹੋਏ ਉਹਨਾਂ ਦੀ ਉਮਰ 1 ਤੋਂ 16 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਫਿਲਹਾਲ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਬੱਸ ਕਿੰਨੀ ਤੇਜ਼ ਸਪੀਡ ਨਾਲ ਚੱਲ ਰਹੀ ਸੀ। ਇਸ ਦੀ ਗਤੀ ਪਤਾ ਲਗਾਉਣ ਦੀ ਕੋਸ਼ਿਸ਼ ਅਜੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਅਜੇ ਤੱਕ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਸੰਬੰਧੀ ਵਧੇਰੀ ਜਾਂਚ ਪੜਤਾਲ ਕਰ ਰਹੇ ਹਨ ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। US ਵਿਗਿਆਨੀਆਂ ਨੂੰ ਮਿਲੀ ਸਫਲਤਾ, ਪਰਮਾਣੂ ਫਿਊਜ਼ਨ ਜ਼ਰੀਏ ਪੈਦਾ ਕੀਤੀ ਊਰਜਾ।
ਕੈਲੀਫੋਰਨੀਆ ਵਿੱਚ ਲਾਰੈਂਸ ਲਿਵਮੋਰ ਨੈਸ਼ਨਲ ਲੈਬੋਰੇਟਰੀ ਵਿਖੇ ਨੈਸ਼ਨਲ ਇਗਨੀਸ਼ਨ ਫੈਸਿਲਿਟੀ ਵਿੱਚ ਯੂਐਸ ਵਿਗਿਆਨੀਆਂ ਨੇ ਸਫਲਤਾਪੂਰਵਕ ਇੱਕ ਪਰਮਾਣੂ ਫਿਊਜ਼ਨ ਐਕਸਪੈਰੀਮੈਂਟ ਕੀਤਾ, ਜਿਸ ਦੇ ਨਤੀਜੇ ਵਜੋਂ ਸ਼ੁੱਧ ਊਰਜਾ ਪ੍ਰਾਪਤ ਹੋਈ। ਪ੍ਰੋਜੈਕਟ ਨਾਲ ਜੁੜੇ ਇੱਕ ਵਿਅਕਤੀ ਨੇ ਇਸ ਖਬਰ ਬਾਰੇ ਪੁਸ਼ਟੀ ਕੀਤੀ ਹੈ। ਅਮਰੀਕੀ ਊਰਜਾ ਵਿਭਾਗ ਵੱਲੋਂ ਮੰਗਲਵਾਰ ਨੂੰ ਸ਼ਾਇਦ ਅਧਿਕਾਰੀ ਤੌਰ ਤੇ ਸਫਲਤਾ ਦਾ ਐਲਾਨ ਕਰਨ ਦੀ ਉਮੀਦ ਹੈ। ਦੱਸ ਦਈਏ ਕਿ ਅਜਿਹਾ ਨਤੀਜਾ ਹਾਸਲ ਕਰਨ ਦੇ ਲਈ ਵਿਗਿਆਨੀਆਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਲੱਗਿਆ, ਜੋ ਜੈਵਿਕ ਇੰਧਨ ਉੱਤੇ ਨਿਰਭਰਤਾ ਨੂੰ ਖਤਮ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ। ਖੋਜਕਰਤਾਵਾਂ ਨੇ ਦਹਾਕਿਆਂ ਤੋਂ ਪਰਮਾਣੂ ਫਿਊਜ਼ਨ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਆਮ ਭਾਸ਼ਾ 'ਚ ਸਮਝਣ ਦੀ ਗੱਲ ਕਰੀਏ ਤਾਂ ਸੂਰਜ ਨੂੰ ਸ਼ਕਤੀ ਦੇਣ ਵਾਲੇ ਫਿਊਜ਼ਨ ਦੀ ਨਕਲ ਕਰਨਾ। ਵਿਭਾਗ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਯੂਐਸ ਊਰਜਾ ਸਕੱਤਰ ਜੈਨੀਫਰ ਗ੍ਰੈਨਹੋਮ ਸ਼ਾਇਦ ਮੰਗਲਵਾਰ ਨੂੰ ਇੱਕ ਵੱਡੀ ਵਿਗਿਆਨਕ ਸਫਲਤਾ ਬਾਰੇ ਘੋਸ਼ਣਾ ਕਰੇਗੀ। ਇਸ ਸਫਲਤਾ ਦੀ ਪਹਿਲੀ ਰਿਪੋਰਟ ਫਾਈਨੈਂਸ਼ੀਅਲ ਟਾਈਮਜ਼ ਦੁਆਰਾ ਕੀਤੀ ਗਈ ਸੀ। ਨਿਊਕਲੀਅਰ ਫਿਊਜ਼ਨ ਉਦੋਂ ਵਾਪਰਦਾ ਹੈ ਜਦੋਂ 2 ਜਾਂ 2 ਤੋਂ ਵੱਧ ਪਰਮਾਣੂ ਇੱਕ ਵੱਡੇ ਪਰਮਾਣੂ ਵਿੱਚ ਮਿਲਾਏ ਜਾਂਦੇ ਨੇ। ਇਸ ਪ੍ਰਕਿਰਿਆ 'ਚ ਗਰਮੀ ਦੇ ਰੂਪ ਵਿੱਚ ਇੱਕ ਵੱਡੀ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ। ਦੱਸ ਦਈਏ ਕਿ ਦੁਨੀਆ ਭਰ ਦੇ ਵਿਗਿਆਨੀ ਸਫਲਤਾ ਵੱਲ ਵਧ ਰਹੇ ਨੇ। ਫਰਵਰੀ ਵਿੱਚ ਯੂਕੇ ਦੇ ਵਿਗਿਆਨੀਆਂ ਨੇ ਵੀ ਘੋਸ਼ਣਾ ਕੀਤੀ ਕਿ ਉਹਨਾਂ ਨੇ ਪਰਮਾਣੂ ਫਿਊਜ਼ਨ ਪੈਦਾ ਕਰਨ ਅਤੇ ਕਾਇਮ ਰੱਖਣ ਦੇ ਲਈ ਪਿਛਲੇ ਰਿਕਾਰਡ ਨਾਲੋਂ ਦੁੱਗਣੀ ਸਕਸੈਸ ਮਿਲੀ ਹੈ। ਇਹ ਨਤੀਜਾ ਬਿਜਲੀ ਦੇ ਉਤਪਾਦਨ ਲਈ ਲੋੜੀਂਦੇ ਅਸਲ ਊਰਜਾ ਲਾਭ ਤੋਂ ਬਹੁਤ ਦੂਰ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਿਗਿਆਨ ਦੀ ਸਫਲਤਾ ਹੋਈ ਹੈ, ਪਰ ਉਪਯੋਗੀ ਊਰਜਾ ਪੈਦਾ ਕਰਨ ਤੋਂ ਅਸੀਂ ਹਜੇ ਵੀ ਬਹੁਤ ਦੂਰ ਹਾਂ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਿੱਖ ਨੌਜਵਾਨ ਦਾ ਕੈਨੇਡਾ ਵਿੱਚ ਕਤਲ, ਗੋਲੀ ਲੱਗਣ ਕਾਰਨ ਗਈ ਜਾਨ। ਪ੍ਰਵਾਸੀ ਬਣਨਗੇ ਕੈਨੇਡਾ ਦੇ ਫੌਜੀ, ਸਰਕਾਰ ਨੇ ਹਟਾਈ ਪਾਬੰਦੀ। ਬੱਸ ਨਾਲ ਵਾਪਰਿਆ ਹਾਦਸਾ, 13 ਬੱਚੇ ਹੋਏ ਹਾਦਸੇ ਦਾ ਸ਼ਿਕਾਰ। ਜਗਮੀਤ ਸਿੰਘ ਨੇ ਕੀਤੀ ਡਿਬੇਟ ਲਈ ਮੰਗ, ਹਸਪਤਾਲਾਂ ਵਿੱਚ ਵੱਧ ਰਿਹਾ ਬੋਝ। ਕੈਨੇਡਾ ਵਾਸੀਆਂ ਦੇ ਸਿਰ ਵੱਧ ਹੋਇਆ ਕਰਜ਼ਾ, ਤਾਜ਼ਾ ਅੰਕੜਿਆਂ ਤੋਂ ਆਈ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।